ਜਿਨ੍ਹਾਂ ਘਰਾਂ ਵਿੱਚ ਮਾਂ ਨਹੀਂ ਹੁੰਦੀ, ਉਹਨਾਂ ਦੇ ਵਿਹੜੇ ਛਾਂ ਨਹੀਂ ਹੁੰਦੀ। ਜਿਨ੍ਹਾਂ ਘਰਾਂ ਵਿੱਚ ਮਾਂ ਨਹੀਂ ਹੁੰਦੀ, ਉਹਨਾਂ ਦੇ ਵਿਹੜੇ ਛਾਂ ਨਹੀਂ ਹੁੰਦੀ। ਪੁੱਤਰ ਭਾਵੇਂ ਜਾਨ ਵੀ ਮੰਗਣ, ਮਾਵਾਂ ਕੋਲੋਂ ਨਾ ਨਹੀਂ ਹੁੰਦੀ। ਪੁੱਤਰ ਭਾਵੇਂ ਜਾਨ ਵੀ ਮੰਗਣ, ਮਾਵਾਂ ਕੋਲੋਂ ਨਾ ਨਹੀਂ ਹੁੰਦੀ। ਜੇਕਰ ਮਾਵਾਂ ਹਾਂ ਨਾ ਆਖਣ, ਰੱਬ ਕੋਲੋਂ ਵੀ ਹਾਂ ਨਹੀਂ ਹੁੰਦੀ। ਜੇਕਰ ਮਾਵਾਂ ਹਾਂ ਨਾ ਆਖਣ, ਰੱਬ ਕੋਲੋਂ ਵੀ ਹਾਂ ਨਹੀਂ ਹੁੰਦੀ। ਤੇਰੇ ਅੱਗੇ ਰੋ ਲੈਂਦੇ ਸਾਂ ਹੁਣ ਤਾਂ ਨਜ਼ਰਾਂ ਤਾਂ ਨਹੀਂ ਹੁੰਦੀ। ਜਿਨ੍ਹਾਂ ਦੀ ਜੰਨਤ ਰੁੱਸ ਜਾਂਦੀ ਏ, ਉਹਨਾਂ ਨੂੰ ਕਿਤੇ ਵੀ ਥਾਂ ਨਹੀਂ ਹੁੰਦੀ। ਜਿਨ੍ਹਾਂ ਦੀ ਜੰਨਤ ਰੁੱਸ ਜਾਂਦੀ ਏ, ਉਹਨਾਂ ਨੂੰ ਕਿਧਰੇ ਥਾਂ ਨਹੀਂ ਹੁੰਦੀ। ਮਾਂ ਮੇਰੀ ਨੇ ਬੋਲੀ ਭੇਜੀ ਸੀ ਤੇ 2 ਬੋਤਲਾਂ ਭੇਜੀਆਂ ਤੇ ਨਾਲੇ ਹੀ ਮਾਂ ਦਾ ਫੋਨ ਆ ਗਿਆ ਕਿ ਬੇਟੀ ਮੈਂ ਤੇਰੀ ਬੋਲੀ ਭੇਜੀ, ਇਹਨੂੰ ਬਣਾਈ ਖਾਈ, ਆਪ ਵੀ ਪੀ ਤੇ ਬੱਚਿਆਂ ਨੂੰ ਵੀ ਪਿਲਾਈ। ਨਾਲੇ ਮੈਨੂੰ ਮਾਂ ਦੀ ਯਾਦ ਆ ਗਈ ਕਿ ਮਾਵਾਂ ਕਿੰਨਾ ਖਿਆਲ ਕਰਦੀਆਂ ਨੇ ਆਪਦੇ ਬੱਚਿਆਂ ਦੀਆਂ। ਕਦੀ ਵੀ ਖਾਲੀ ਹੱਥ ਨਹੀਂ ਜਾਈਏ ਤੇ ਮਾਵਾਂ ਜਿਹੜੀਆਂ ਕਦੀ ਵੀ ਖਾਲੀ ਹੱਥ ਨਹੀਂ ਭੇਜਦੀਆਂ। ਮਾਂ ਮੇਰੀ ਨੇ ਬੋਲੀ ਭੇਜੀ, ਕਹਿੰਦੀ ਧੀਏ ਬੋਲੀ ਖਾਈ। ਫਿਰ ਫੋਨ ਕਰਕੇ ਮੈਨੂੰ ਦੱਸਿਆ ਆਹ ਜਿਹੜੀ ਬੋਤਲ ਆ ਇਹਨੂੰ ਤੂੰ ਇੰਝ ਗਰਮ ਕਰੀ, ਦੂਸਰੀ ਬੋਤਲ ਨੂੰ ਤੂੰ ਇੰਝ ਗਰਮ ਕਰੀ। ਬੋਲੀ ਮੈਂ ਪਕਾਈ ਤੇ ਫਿਰ ਮਾਂ ਨੂੰ ਵੀ ਯਾਦ ਕੀਤਾ, ਬੋਲੀ ਤੁਸੀਂ ਲੈ ਲੈਣੀ ਆ। ਬੋਲੀ ਨੂੰ ਕਿੱਦਾਂ ਬਣਾਉਣਾ ਹੈ, ਇਹਦੀ ਇੰਨੀ ਗ਼ਜ਼ਾਈਅਤ ਹੈ ਕਿ ਅੱਜ ਕੱਲ੍ਹ ਲੋਕਾਂ ਨੇ ਖਾਣੀ ਛੱਡ ਦਿੱਤੀ ਹੈ, ਲੇਕਿਨ ਇਹਦੇ ਵਿੱਚ ਬਹੁਤ ਜ਼ਿਆਦਾ ਗ਼ਜ਼ਾਈਅਤ ਹੈ। ਇਹ ਜਿਸਮ ਦੇ ਜੋੜਾਂ ਦਰਦ ਲਈ, ਥੱਕੀਆਂ ਔਰਤਾਂ ਜਿਹੜੀਆਂ ਰਹਿੰਦੀਆਂ, ਥਕਾਵਟ ਹੋ ਜਾਂਦੀ ਆ, ਉਹਨਾਂ ਲਈ ਬਹੁਤ ਹੀ ਅੱਛੀ ਆ। ਗੋਭੀ ਜਿਹੜੀ ਆ ਤੁਸੀਂ ਇਹਨਾਂ 'ਤੇ ਬਣਾਉਣ ਦਾ ਤਰੀਕਾ ਇੱਦਾਂ ਹੀ ਆ ਕਿ ਤੁਸੀਂ ਜਿਹੜੀ ਆ ਬੋਲੀ ਉਹਨੂੰ ਛਾਣ ਲੈਣਾ ਵਾ, ਕਿਉਂਕਿ ਮਾਸ਼ਾਅੱਲਾ ਕਾਫੀ ਗਾੜੀ ਹੁੰਦੀ ਆ। ਅਤੇ ਇਹਦੇ ਵਿੱਚ ਥੋੜ੍ਹਾ ਜਿਹਾ ਮੈਂ ਪਾਣੀ ਪਾ ਲਿਆ, ਤਕਰੀਬਨ ਜੇ 4 ਗਲਾਸ ਬੋਲੀ ਦੇ ਆ ਅਤੇ ਤੁਸੀਂ ਇਹਦੇ ਵਿੱਚ 1-1.5 ਗਲਾਸ ਪਾਣੀ ਦਾ ਲਾਜ਼ਮੀ ਪਾਉਣਾ ਵਾ, ਕਿਉਂਕਿ ਪਹਿਲੇ 1-2 ਦਿਨਾਂ ਦੀ ਬੋਲੀ ਹੈ ਜਿਹੜੀ ਕਾਫੀ ਗਾੜੀ ਹੁੰਦੀ ਆ। ਤੁਸੀਂ ਇਹਨੂੰ ਇੱਦਾਂ ਖਾਲੀ ਪੀਓਗੇ ਤਾਂ ਕਾਫੀ ਹੈਵੀ ਹੋ ਜਾਊਗੀ, ਇਸੇ ਲਈ ਤੁਸੀਂ ਇਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਲੈਣਾ ਵਾ। ਇਹਨੂੰ ਹਲਕੀ ਅੱਗ ਤੇ ਤੁਸੀਂ ਵਿੱਚ 1-2 ਇਲਾਇਚੀ ਪਾਊਡਰ ਪਾ ਲਓ ਜਾਂ ਸਾਬਤ ਇਲਾਇਚੀ ਪਾ ਲਓ, ਸਬਜ਼ ਇਲਾਇਚੀ ਜਿਹੜੀ ਉਹ ਪਾ ਲੈਣੀ ਆ। ਹਲਕੀ ਅੱਗ ਤੇ ਤੁਸੀਂ ਇਹਨੂੰ ਜਿਹੜਾ ਨਾ ਪਕਾ ਲੈਣਾ ਵਾ। ਇਹਦੇ ਵਿੱਚ ਮੈਂ 2 ਤੋਂ 3 ਇਲਾਇਚੀਆਂ ਸੁੱਟ ਲਈਆਂ ਸੀ। ਇਹ ਤੋਂ ਬਾਅਦ ਜਿਹੜਾ ਹਲਕੀ ਅੱਗ ਤੇ ਇਹਨੂੰ ਤੁਸੀਂ ਪਕਾ ਲੈਣਾ ਵਾ। ਮਾਂ ਨੂੰ ਨਾਲ ਮੈਂ ਯਾਦ ਕੀਤਾ ਕਿ ਮਾਵਾਂ ਹੀ ਆ ਠੰਡੀਆਂ ਛਾਵਾਂ, ਜਿੰਨੀ ਦੇਰ ਮਾਵਾਂ ਹੁੰਦੀਆਂ ਮੇਕੇ ਦੀਆਂ ਬਹਾਰਾਂ ਹੁੰਦੀਆਂ ਨੇ। ਮਾਂ ਨੂੰ ਯਾਦ ਕਰਕੇ ਫਿਰ ਮੈਂ ਬੋਲੀ ਬਣਾਈ। ਮੈਂ ਕਿਹਾ ਮਾਂ ਜੀ ਤੁਸੀਂ ਮੈਨੂੰ ਬੋਲੀ ਭੇਜੀ ਏ ਤੇ ਉਹ ਤਾਂ ਬਹੁਤ ਮਜ਼ੇਦਾਰ। ਮਾਂ ਨੇ ਕਿਹਾ ਵੀ ਖਾਈ ਤੇ ਬੱਚਿਆਂ ਨੂੰ ਵੀ ਖਿਲਾਈ, ਇਹ ਬਹੁਤ ਅੱਛੀ ਹੁੰਦੀ ਹੈ ਬੱਚਿਆਂ ਲਈ। ਬੱਚੇ ਨੱਕ ਜਿਹਾ ਚੁੱਕਦੇ ਸੀ ਕਿ ਅਸੀਂ ਨਹੀਂ ਖਾਣੀ, ਪਰ ਮੈਂ ਉਹਨਾਂ ਨੂੰ ਖਿਲਾ ਦਿੱਤੀ ਥੋੜ੍ਹੀ ਨਾ। ਬੱਚਿਆਂ ਨੇ ਵੀ ਕਿਹਾ ਮਾਮਾ ਬਹੁਤ ਮਜ਼ੇਦਾਰ ਬਣੀ ਹੈ। ਹਲਕੀ ਅੱਗ ਤੇ ਤੁਸੀਂ ਇਹਨੂੰ ਧੀਮੀ ਅੱਗ ਤੇ ਇਹਨੂੰ ਪਕਾ ਲੈਣਾ ਵਾ। ਚਮਚ ਨਾਲ ਦੀ ਨਾਲ ਤੁਸੀਂ ਇਹਦੇ ਵਿੱਚ ਹਿਲਾਉਂਦੇ ਰਹਿਣਾ ਵਾ, ਕਿਉਂਕਿ ਚਮਚ ਨਾ ਹਿਲਾਓਗੇ ਤੇ ਇਹਦੀਆਂ ਜਿਹੜੀਆਂ ਗੁਟਲੀਆਂ ਬਣ ਜਾਣੀਆਂ ਤੇ ਉਹ ਪਾਣੀ ਅਲੱਗ ਹੋ ਜਾਣਾ ਤੇ ਬੋਲੀ ਜਿਹੜੀ ਅਲੱਗ ਹੋ ਜਾਣੀ, ਮੋਟੇ ਜਿਹੜੇ। ਇਸੇ ਲਈ ਇਹਨੂੰ ਹਲਕੀ ਅੱਗ ਤੇ ਤੁਸੀਂ ਜਦੋਂ ਪਕਾਉਣਾ ਵਾ, ਨਾਲ ਦੀ ਨਾਲ ਇਹਦੇ ਵਿੱਚ ਚਮਚ ਮਾਰੀ ਜਾਣਾ, ਚਮਚ ਇਹਦੇ ਵਿੱਚ ਹਿਲਾਈ ਜਾਣਾ ਤੁਸੀਂ, ਤੇ ਬਣਾ ਲੈਣਾ ਵਾ। ਅੱਜ ਨਾਲ ਦੀ ਨਾਲ ਤੁਹਾਨੂੰ ਆਪਣੀਆਂ ਭੈਣਾਂ ਨੂੰ ਮੈਂ ਅੱਲਾਹ ਤਾਲਾ ਦੇ ਇੱਕ ਪਿਆਰੇ ਨਾਮ ਦਾ ਜਿਹੜਾ ਵਜ਼ੀਫਾ ਜਾਂ ਦੇਖੋ, ਜਿੱਦਾਂ ਹੀ ਹਲਕੀ ਬੋਲੀ ਗਰਮ ਹੋਈ ਹੈ, ਇਹਦੇ ਵਿੱਚ ਤੁਸੀਂ ਚਮਚ ਹਿਲਾਉਣਾ, ਧੀਮੀ ਚਮਚ ਹਿਲਾਈ ਜਾਣਾ ਇਹਦੇ ਵਿੱਚ, ਤੇ ਇਹਨੂੰ 4 ਤੋਂ 5 ਮਿੰਟ ਤੱਕ, ਜਿਹੜੇ 5 ਤੋਂ 6 ਉਬਾਲ ਆਉਣ ਤੱਕ ਤੁਸੀਂ ਇਹਨੂੰ ਪਕਾਉਣਾ ਵਾ। ਬਹੁਤ ਹੀ ਮਜ਼ੇਦਾਰ ਬਣਨੀ ਆ। ਨਾਲ ਮੈਂ ਆਪਣੀਆਂ ਭੈਣਾਂ ਦੇ ਇੱਕ अल्लाह ताला दे प्यारे नाम या कयूम ए खुद जिंदा और दूसरों को जिंदा रखने वाले ਦਾ ਵਜ਼ੀਫਾ ਸ਼ੇਅਰ ਕਰਦੀ ਹਾਂ। ਅੱਲਾਹ ਤਾਲਾ ਦਾ ਪਿਆਰੇ ਨਾਮ ਜਿਹੜਾ ਯਾ ਕਯੂਮ, ਨਮਾਜ਼ ਫਜਰ ਤੋਂ ਬਾਅਦ, ਯਾਨੀ ਤੁਸੀਂ ਨਮਾਜ਼ ਫਜਰ ਪੜ੍ਹ ਲੈਣੀ ਆ, ਉਸ ਤੋਂ ਬਾਅਦ ਤੁਸੀਂ ਯਾ ਕਯੂਮ ਜਿਹੜਾ ਅੱਲਾਹ ਤਾਲਾ ਦਾ ਪਿਆਰਾ ਨਾਮ, ਇਹਨੂੰ 500 ਮਰਤਬਾ ਉੱਚੀ ਆਵਾਜ਼ ਵਿੱਚ ਤੁਸੀਂ ਪੜ੍ਹਨਾ ਵਾ। ਯਾ ਹਯੂ ਯਾ ਕਯੂਮ, ਯਾ ਹਯੂ ਯਾ ਕਯੂਮ। ਇਹਦਾ ਤੁਸੀਂ ਵਿਰਦ ਕਰਨਾ ਵਾ। ਕਿਸੇ ਵੀ ਲਾਇਲਾਜ ਬਿਮਾਰੀ ਨੂੰ ਖ਼ਤਮ ਕਰਨ ਲਈ, ਤੁਹਾਡੇ ਘਰ ਕੋਈ ਮਰੀਜ਼ ਆ, ਮਾਂ ਬਾਪ ਆ ਜਿਨ੍ਹਾਂ ਨੂੰ ਕੋਈ ਵੀ ਮਸਲਾ ਵਾ, ਜਿਨ੍ਹਾਂ ਨੂੰ ਜਿਸਮ ਦਰਦ ਦੇ, ਜੋੜਾਂ ਦੇ ਜਾਂ ਕਿਸੇ ਵੀ ਕਿਸਮ ਦੀ ਐਸੀ ਬਿਮਾਰੀ ਆ, ਹਰ ਟਾਈਮ ਉਹਨਾਂ ਨੂੰ ਤਕਲੀਫ ਰਹਿੰਦੀ ਆ, ਕੋਈ ਵੀ ਬਿਮਾਰੀ ਜਿਹੜੀ ਉਹਨਾਂ 'ਤੇ ਅਸਰ ਨਹੀਂ ਕਰਦੀ, ਤੁਸੀਂ ਆਪਦੇ ਘਰ ਵਿੱਚ ਫਜਰ ਦੀ ਨਮਾਜ਼ ਤੋਂ ਬਾਅਦ ਇਹ ਅਮਲ ਕਰਨਾ ਵਾ। ਯਾ ਹਯੂ ਯਾ ਕਯੂਮ 500 ਮਰਤਬਾ ਪੜ੍ਹ ਲਓ ਜੇ ਤੁਹਾਡੇ ਕੋਲ ਟਾਈਮ ਥੋੜ੍ਹਾ ਵਾ, ਤੇ ਜਿੰਨੀ ਤਾਦਾਦ 'ਚ ਤੁਸੀਂ ਪੜ੍ਹ ਸਕਦੇ ਆ ਫਜਰ ਦੀ ਨਮਾਜ਼ ਤੋਂ ਬਾਅਦ ਇਹ ਤੁਸੀਂ ਪੜ੍ਹਨਾ ਵਾ।
ਇਨਸ਼ਾਅੱਲਾ ਤਾਲਾ ਕੋਈ ਵੀ ਜਿਹੜਾ ਮਰੀਜ਼ ਆ, ਮੁਸੀਬਤ ਆ, ਤੁਹਾਡੇ ਘਰ 'ਚ ਕੋਈ ਪਰੇਸ਼ਾਨੀ ਆ ਗਈ ਆ, ਕੋਈ ਜਿਹੜੀ ਆ ਬੈਠੇ ਬਿਠਾਏ, ਕੋਈ ਬੱਚਿਆਂ ਤੋਂ ਲੈ ਕੇ ਜਾਂ ਮਾਂ-ਬਾਪ ਦੀ ਬਿਮਾਰੀ ਤੋਂ ਲੈ ਕੇ ਕੋਈ ਵੀ ਕਿਸੇ ਵੀ ਕਿਸਮ ਦੀ ਜ਼ਹਿਮਤ ਆ, ਬਿਮਾਰੀ ਆ, ਉਹਨੂੰ ਖ਼ਤਮ ਕਰਨ ਲਈ ਬਹੁਤ ਹੀ ਮੁਜਰਬ ਅਮਲ ਆ। ਯਾ ਹਯੂ ਯਾ ਕਯੂਮ, ਇਹ ਤੁਸੀਂ ਪੜ੍ਹਦੇ ਰਹਿਣਾ ਵਾ। ਫਜਰ ਦੀ ਨਮਾਜ਼ ਤੋਂ ਬਾਅਦ ਤੁਸੀਂ ਚੱਲਦੇ ਫਿਰਦੇ ਉੱਠਦੇ ਬੈਠਦੇ ਵੀ ਇਸਦਾ ਵਿਰਦ ਕਰ ਸਕਦੇ ਆ। ਇਨਸ਼ਾਅੱਲਾ ਤਾਲਾ ਇਸ ਅਮਲ ਦੇ ਨਾਲ ਤੁਹਾਡੇ ਘਰ 'ਚ ਬੜੀ ਬਰਕਤ ਆਊਗੀ। ਜਿੰਨੀਆਂ ਵੀ ਬਿਮਾਰੀਆਂ, ਨਜ਼ਰੀ ਬਾਦਾ, ਪਰੇਸ਼ਾਨੀਆਂ ਵਾ, ਬੱਚਿਆਂ ਨੂੰ ਲੈ ਕੇ, ਔਲਾਦ ਨੂੰ ਲੈ ਕੇ ਜਾਂ ਫਿਰ ਬਿਮਾਰੀਆਂ ਨੂੰ ਲੈ ਕੇ, ਰਿਜ਼ਕ ਨੂੰ ਲੈ ਕੇ, ਤੇ ਤੁਸੀਂ ਇਹ ਅਮਲ ਕਰੋਗੇ। ਯਾ ਹਯੂ ਯਾ ਕਯੂਮ ਕੋਸ਼ਿਸ਼ ਕਰਨੀ ਆ ਜਦੋਂ ਪੜ੍ਹਨਾ ਜ਼ਰਾ ਉੱਚੀ ਆਵਾਜ਼ 'ਚ ਪੜ੍ਹੋ। ਤੇ ਇਹਨੂੰ ਤੁਸੀਂ ਪੜ੍ਹਨਾ ਵਾ ਫਜਰ ਦੀ ਨਮਾਜ਼ ਤੋਂ ਬਾਅਦ ਦਿਨ ਦੇ ਕਿਸੇ ਵੀ ਪੈਰ ਵਿੱਚ ਚੱਲਦੇ ਫਿਰਦੇ ਤੁਸੀਂ ਵਜ਼ੂ ਬੇਵਜ਼ੂ ਇਹਨੂੰ ਪੜ੍ਹੋ। ਇਨਸ਼ਾਅੱਲਾ ਤਾਲਾ ਜਿੰਨੀਆਂ ਵੀ ਮੁਸ਼ਕਲਾਂ ਪਰੇਸ਼ਾਨੀਆਂ ਹੋਣਗੀਆਂ ਖ਼ਤਮ ਹੋ ਜਾਣਗੀਆਂ। ਨਾਲ ਨਾਲ ਬੋਲੀ ਜਿਹੜੀ ਆ ਆਪਣੀ ਜਿਹੜੀ ਤਿਆਰ ਹੋ ਚੁੱਕੀ ਆ, ਇਹਨੂੰ ਹਲਕੀ ਅੱਗ ਤੇ ਤੁਸੀਂ ਪਕਾਈ ਜਾਣਾ। ਚਮਚ ਜਿਹੜਾ ਉਹ ਹਿਲਾਈ ਜਾਣਾ, ਜਿੱਦਾਂ ਹੀ ਗਰਮ ਹੋ ਗਈ ਇਹਦੇ ਵਿੱਚ ਤੁਸੀਂ ਚਮਚ ਹਿਲਾਉਣਾ ਸ਼ੁਰੂ ਕਰ ਦੇਣਾ। ਤੇ ਬੋਲੀ ਜਿਹੜੀ ਆ ਤਿਆਰ ਹੋ ਚੁੱਕੀ ਹੈ ਤੋਂ ਬਾਅਦ ਤੁਸੀਂ ਜਿਹੜਾ ਵਾ ਚੁੱਲ੍ਹਾ ਬੰਦ ਕਰ ਦੇਣਾ ਵਾ। ਇਹਨੂੰ ਹਲਕਾ ਜਿਹਾ ਇਹਨੂੰ ਠੰਡਾ ਕਰ ਲੈਣਾ, ਹਲਕੀ ਹਲਕੀ ਠੰਡੀ ਜੀ ਤੇ ਹਲਕੀ ਹਲਕੀ ਗਰਮ ਨੀਮ ਗਰਮ ਜੀ ਜਿਹੜੀ ਆ ਉਹ ਤੁਸੀਂ ਪੀ ਲੈਣੀ। ਆਪ ਵੀ ਪੀਓ, ਬੱਚਿਆਂ ਨੂੰ ਵੀ ਪਿਲਾਵੋ। ਬੱਚਿਆਂ ਨੇ ਮਾਸ਼ਾਅੱਲਾ ਪੀ ਲਈ ਸੀ ਅੱਧਾ ਅੱਧਾ ਕੱਪ ਦੇ ਨਾਲ ਜਿਹੜਾ ਇੱਕ ਗਲਾਸ ਜਿਹੜਾ ਮੈਂ ਆਪਣੀ ਦੇਵਰਾਣੀ ਨੂੰ ਦਿੱਤਾ, ਉਹਨੂੰ ਵੀ ਬੜੀ ਪਸੰਦ ਆਈ। ਇਹਨੂੰ ਤੁਸੀਂ ਚਮਚ ਨਾਲ ਵੀ ਖਾ ਸਕਦੀਆਂ ਤੇ ਕੁੱਟੋ ਕੁੱਟ ਵੀ ਪੀ ਸਕਦੇ ਆ। ਇਹਨੂੰ ਤੁਸੀਂ ਪੀਓ, ਇੰਜੋਏ ਕਰੋ। ਕੋਈ ਡਰਾਈ ਫਰੂਟ ਵਗੈਰਾ ਵਿੱਚ ਪਾਉਣਾ ਤੇ ਉਹ ਪਾ ਕੇ ਖਾ ਲਓ, ਚਮਚ ਨਾਲ ਖਾ ਲਓ। ਤੇ ਉਮੀਦ ਕਰਦੀ ਹਾਂ ਜੀ ਉਪਰੀ ਵਜ਼ਾਇਫ ਜਿਹੜੇ ਆ ਇਹਦੀ ਵੀਡੀਓ ਤੁਹਾਨੂੰ ਅੱਛੀਆਂ ਲੱਗ ਰਹੀਆਂ। ਜੇ ਅੱਛੀਆਂ ਲੱਗ ਰਹੀਆਂ ਤਾਂ ਪਲੀਜ਼ ਮੇਰੀ ਤੁਹਾਨੂੰ ਨਾਲ ਰਿਕੁਐਸਟ ਆ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ। ਅੱਲਾਹ ਤਾਲਾ ਦੇ ਕੋਈ ਵੀ ਜਿਹੜੇ ਚਾਹ ਨਾਮ ਉਹ ਲਾਜ਼ਮੀ ਕਮੈਂਟ ਕਰਿਆ ਜੇ। ਇਹ ਦੁਆਵਾਂ ਵਿੱਚ ਯਾਦ ਰੱਖਿਆ ਜੇ। ਅੱਲਾਹ ਪਾਕ ਸਭ ਦਾ ਭਲਾ ਤੇ ਸਭ ਦੀ ਖੈਰ ਕਰੇ। ਜਜ਼ਾਕ ਅੱਲਾ।